सत श्री अकाल जी, स्वागत है ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਤੁਸੀਂ ਦੇਖ ਹੀ ਚੁੱਕੇ ਹੋਵੋਗੇ, ਆਪਣੇ ਕੋਰਸ 'ਚ ਇਨਰੋਲ ਹੋ ਚੁੱਕੇ ਹੋ ਜਾਂ ਤੁਸੀਂ ਇਸ ਵੀਡੀਓ ਤੋਂ ਬਾਅਦ ਇਸ ਕੋਰਸ 'ਚ ਇਨਰੋਲ ਹੋਣ ਬਾਰੇ ਵਿਚਾਰ ਬਣਾ ਸਕਦੇ ਹੋ। ਸੋ ਇਹ ਵੀਡੀਓ ਜਾਂ ਆਪਣੀ ਪਹਿਲੀ ਵੀਡੀਓ ਆ PPSC ਇੰਟਰਵਿਊ ਗਾਈਡੈਂਸ ਪ੍ਰੋਗਰਾਮ ਸੈਕਸ਼ਨ ਆਫਿਸਰ ਦੀਆਂ 66 ਪੋਸਟਾਂ ਜੋ ਕਿ ਗਰੁੱਪ A 'ਚ ਡਿਪਾਰਟਮੈਂਟ ਆਫ ਫਾਈਨਾਂਸ, ਟਰੈਜ਼ਰੀ ਐਂਡ ਅਕਾਊਂਟਸ। ਇਹਦੇ 'ਚ ਜੋ PPSC ਨੇ ਪੇਪਰ ਲਿਆ ਸੀ ਅਤੇ ਪੇਪਰ ਦੇ ਤੋਂ ਬਾਅਦ ਹੁਣ ਇੰਟਰਵਿਊ ਲਈ ਜਾਊਗੀ ਅਤੇ ਇੱਕ ਚੰਗੇ ਅਨੁਪਾਤ 'ਚ PPSC ਜਿਹੜੀ ਆ ਤਕਰੀਬਨ 100 'ਚੋਂ ਜੇ ਦੇਖਿਆ ਜਾਵੇ ਤਾਂ 14 ਜਾਂ 15 ਦੇ ਅਰਾਊਂਡ ਅਪਰੋਕਸੀਮੇਟਲੀ ਨੰਬਰ ਜਿਹੜੇ ਆ ਇੰਟਰਵਿਊ ਦੇ ਬਣਦੇ ਆ। ਜੇ ਤੁਸੀਂ ਆਪਣੇ ਪੇਪਰ ਨੂੰ 100 ਨੰਬਰ 'ਚ 340 ਨੰਬਰ ਦੇ ਪੇਪਰ ਨੂੰ ਜੇ ਤੁਸੀਂ 100 ਨੰਬਰ 'ਚ ਤਬਦੀਲ ਕਰ ਲੈਂਦੇ ਹੋ ਤਾਂ ਕਨਵਰਟ ਕਰ ਲੈਂਦੇ ਹੋ। ਖੈਰ, ਆਪਣੀ ਗੱਲ ਇਹ ਆ ਕਿ ਇਹ ਵੀਡੀਓ ਸਭ ਤੋਂ ਪਹਿਲੀ ਵੀਡੀਓ ਆ ਆਪਣੇ ਕੋਰਸ ਦੀ ਅਤੇ ਇਸ ਵੀਡੀਓ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਸਾਡੀ ਇਹ ਬੇਸਿਕਲੀ ਇੱਕ ਓਰੀਐਂਟੇਸ਼ਨ ਕਲਾਸ ਹੋਊਗੀ। ਇਸ ਤੋਂ ਬਾਅਦ ਵੀ 5 ਤੋਂ 6 ਕਲਾਸਾਂ ਹੋਣਗੀਆਂ। ਕੀ ਪੜ੍ਹਾਂਗੇ ਅਸੀਂ? ਨੈਕਸਟ ਕਲਾਸ 2 ਹੋਊਗੀ ਸਾਡੀ ਬੇਸਿਕਲੀ ਸੈਕਸ਼ਨ ਆਫਿਸਰ ਦੀ ਜਿਹੜੀ ਪੋਸਟ ਆ ਉਹਦੇ ਤੋਂ ਲੈ ਕੇ ਡਾਇਰੈਕਟਰ ਫਾਈਨਾਂਸ, ਅਕਾਊਂਟਸ ਐਂਡ ਟਰੈਜ਼ਰੀ ਤੱਕ ਦੀ। ਮਤਲਬ ਕਿ ਵਿੱਚ ਕੀ ਹਾਇਰਾਰਕੀ ਆ, ਕਿਹੜੇ ਡਿਪਾਰਟਮੈਂਟਾਂ 'ਚ ਤੁਸੀਂ ਬੈਠ ਸਕਦੇ ਹੋ, ਟਰਾਂਸਪੋਰਟ ਦੇ ਮਹਿਕਮੇ 'ਚ ਤੁਹਾਡਾ ਕੀ ਕੰਮ ਹੁੰਦਾ ਹੈ, ਹੈਲਥ, ਸੋਸ਼ਲ ਸਿਕਿਉਰਿਟੀ ਜਾਂ ਡਿਪਾਰਟਮੈਂਟ ਆਫ ਕੋਆਪਰੇਸ਼ਨ ਉਹਦੇ 'ਚ ਕੀ ਕੰਮ ਆ, ਕੀ ਤੁਹਾਨੂੰ ਕਾਰਪੋਰੇਸ਼ਨਾਂ ਜਾਂ ਯੂਨੀਵਰਸਿਟੀਆਂ ਦਾ ਐਡੀਸ਼ਨਲ ਚਾਰਜ ਦਿੱਤਾ ਜਾ ਸਕਦਾ ਹੈ ਜਾਂ ਤੁਸੀਂ ਡੈਪੂਟੇਸ਼ਨ 'ਤੇ ਕਿਤੇ ਜਾ ਸਕਦੇ ਹੋ। ਮੋਟੇ ਤੌਰ 'ਤੇ ਤੁਹਾਨੂੰ ਓਵਰਵਿਊ ਜਾਂ ਪਤਾ ਹੋਣਾ ਚਾਹੀਦਾ। ਬੇਸ਼ੱਕ ਇੰਟਰਵਿਊ 'ਚ ਸਿੱਧੇ ਤੌਰ 'ਤੇ ਤੁਹਾਡੇ ਤੋਂ ਨਾ ਪੁੱਛਿਆ ਜਾਵੇ, ਪਰ ਫਿਰ ਵੀ ਇੱਕ ਓਵਰਵਿਊ ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਜਿਸ ਪੋਸਟ 'ਤੇ ਜਾ ਰਹੇ ਹੋ ਇਸ ਪੋਸਟ 'ਤੇ ਜਾਣ ਦਾ ਕੀ ਸਿੱਧਾ ਹੀ ਰੂਟ ਆ ਜਾਂ ਕੀ ਤੁਸੀਂ ਸਟੇਟ ਦੀਆਂ ਜਿਹੜੀ SAS ਸਰਵਿਸਿਜ਼ ਆ, ਕੀ ਤੁਸੀਂ SAS ਦੇ ਥਰੂ ਵੀ ਜਾ ਸਕਦੇ ਹੋ। ਸਟੇਟ ਅਕਾਊਂਟ ਸਰਵਿਸਿਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਥਰੂ ਜਾਣ ਦਾ ਤਰੀਕਾ ਕੀ ਆ। ਫਿਰ ਇਸ ਤੋਂ ਬਾਅਦ ਜਦੋਂ ਤੁਸੀਂ ਇਸ ਪੋਸਟ 'ਤੇ ਪਹੁੰਚ ਕੇ ਇਸ ਤੋਂ ਬਾਅਦ ਤੁਹਾਡੇ ਫਾਈਨਾਂਸ ਰੂਲਸ, ਟਰੈਜ਼ਰੀ ਰੂਲਸ ਅਤੇ ਕੌਂਸਟੀਟਿਊਸ਼ਨ ਆਫ ਇੰਡੀਆ ਅਤੇ ਸਿਵਲ ਸਰਵਿਸ ਰੂਲਸ, ਉਹਦਾ ਕੀ ਇਗਜ਼ਾਮ ਇਸ ਤੋਂ ਬਾਅਦ ਹੋਊਗਾ। ਇਹ ਸਾਰਾ ਤੰਤਰ ਜਿਹੜਾ ਹੈ ਇਹ ਆਪਾਂ ਨੈਕਸਟ ਕਲਾਸ 2 'ਚ ਸਮਝਾਂਗੇ। ਉਸ ਤੋਂ ਬਾਅਦ ਅਸੀਂ ਕਲਾਸ 3 'ਚ ਜ਼ਿਆਦਾ ਡਿਟੇਲ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਪੰਜਾਬ ਦੇ ਕਰੰਟ ਇਸ਼ੂਜ਼ ਚੱਲ ਰਹੇ ਆ। 2-3 ਇਸ਼ੂਜ਼ ਪੰਜਾਬ 'ਚ ਅਤੇ ਇੰਡੀਆ ਲੈਵਲ 'ਤੇ ਮੇਜਰ ਆ। ਇੰਡੀਆ ਦੇ ਨਾਮ ਚੇਂਜ ਕਰਨ ਨੂੰ ਲੈ ਕੇ, ਠੀਕ ਆ, ਮਨੀਪੁਰ ਜੋ ਆਪਣੀ ਵਾਇਲੈਂਸ ਹੋਈ ਆ ਉਹਨੂੰ ਲੈ ਕੇ, ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਨੂੰ ਲੈ ਕੇ ਅਤੇ ਪੰਜਾਬ ਦੇ ਗਵਰਨਰ ਦੀ ਨਾਲ ਜਿਹੜੀ CM ਦੀ ਲਗਾਤਾਰ ਟਸਲ ਚੱਲ ਰਹੀ ਆ ਕਿਉਂਕਿ ਉਹ ਤੁਹਾਨੂੰ ਪ੍ਰਵੋਕ ਕਰ ਸਕਦੇ ਆ, ਗ੍ਰਿਲ ਕਰ ਸਕਦੇ ਆ ਇਹਨਾਂ ਮੁੱਦਿਆਂ 'ਤੇ ਜਾਂ ਹੋਰ ਜਿਹੜੇ ਮੁੱਦੇ ਆ। ਫਿਰ ਉਸ ਤੋਂ ਅਗਲੀ ਕਲਾਸ 'ਚ ਪੰਜਾਬ ਦੇ ਇਕਨੋਮਿਕ ਮਸਲੇ। ਰੀਸੈਂਟਲੀ ਜਦੋਂ ਅਸੀਂ ਵਿੱਤੀ ਘਾਟੇ ਦੀ ਗੱਲ ਕਰਦੇ ਹਾਂ, ਫਿਸਕਲ ਹੈਲਥ ਦੀ ਗੱਲ ਕਰਦੇ ਹਾਂ, ਵਿੱਤੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਇੰਡੀਆ ਦੀਆਂ ਲਾਸਟ ਵਾਲੀਆਂ 3 ਸਟੇਟਾਂ 'ਚ ਆ ਗਿਆ। ਵੈਸੇ ਤਾਂ ਸਿੱਧੇ ਤੌਰ 'ਤੇ ਸੈਕਸ਼ਨ ਆਫਿਸਰ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਰਿਸਪੋਂਸੀਬਲ ਨਹੀਂ ਗਾ ਜਾਂ ਪੰਜਾਬ ਦੀ ਵਿੱਤੀ ਸਿਹਤ, ਫਿਸਕਲ ਹੈਲਥ ਨੂੰ ਠੀਕ ਕਰਨ ਵਾਸਤੇ। ਇਹ ਤਾਂ ਉੱਪਰਲੇ ਲੈਵਲ 'ਤੇ ਪੋਲਿਸੀਜ਼, ਪਰ ਫਿਰ ਵੀ ਜਦੋਂ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਐਜ਼ ਪੋਲਿਸੀ ਮੇਕਰ ਜੇ ਹੋਵੋ ਤਾਂ ਤੁਸੀਂ ਪੰਜਾਬ ਦੀ ਫਿਸਕਲ ਹੈਲਥ ਕਿਵੇਂ ਠੀਕ ਕਰ ਸਕਦੇ ਹੋ, ਕਿਵੇਂ ਤੁਸੀਂ ਐਜ਼ SO ਲੀਕੇਜ ਦੂਰ ਕਰ ਸਕਦੇ ਹੋ, ਕਿਉਂਕਿ ਓਬਵੀਅਸ ਜੀ ਗੱਲ ਆ ਤੁਹਾਡੇ ਕੋਲ ਰਾਸ਼ਨ ਕਾਰਡ ਦੀਆਂ ਦਾ ਜਦੋਂ ਤੁਸੀਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦਾ ਜਾਂ ਹੈਲਥ ਡਿਪਾਰਟਮੈਂਟ ਦਾ ਤੁਸੀਂ ਜਦੋਂ ਆਡਿਟ ਕਰਦੇ ਹੋ ਤਾਂ ਬੜੀਆਂ ਫੇਕ ਇੰਸ਼ੋਰੈਂਸ ਦੇ ਕੇਸ, ਫੇਕ ਰਾਸ਼ਨ ਕਾਰਡ ਦੇ ਕੇਸ, ਠੀਕ ਆ, ਫੇਕ ਪੋਸਟ ਮੈਟ੍ਰਿਕ ਜਿਹੜੀ ਤੁਹਾਡੇ ਕੋਲ ਉਹ ਸਕੋਲਰਸ਼ਿਪ ਆਉਂਦੀ ਆ ਉਹਦੇ ਕੇਸ ਤੁਹਾਡੇ ਕੋਲ ਕਿੰਨੇ ਆਉਂਦੇ ਆ। ਫਿਰ ਅਸੀਂ ਉਸ ਮਸਲੇ 'ਤੇ ਵੀ ਗੱਲ ਕਰਾਂਗੇ। ਫਿਰ ਉਸ ਤੋਂ ਬਾਅਦ ਇੱਕ ਲੈਕਚਰ ਮੈਂ ਪੰਜਾਬ ਦੇ ਇਕਨੋਮਿਕਸ ਸਰਵੇ 'ਤੇ ਬਣਾਊਂਗਾ ਜੋ ਪੰਜਾਬ ਦੇ ਆਰਥਿਕ ਸਰਵੇਖਣ ਦੇ ਵਿੱਚ ਪੰਜਾਬ ਦੀ ਇਕੋਨਮੀ ਨੂੰ ਸਵਾਰਿਆ ਗਿਆ ਹੈ ਜਾਂ ਜੋ ਲਿਖਿਆ ਗਿਆ ਹੈ ਪੰਜਾਬ ਕਿੰਨੇ ਕੁ ਪ੍ਰਤੀਸ਼ਤ ਗਰੋ ਕਰ ਰਿਹਾ ਹੈ। ਸੋ ਟੈਕਨੀਕਲੀ ਸਾਡਾ ਕੰਮ ਜਿਹੜਾ ਹੈ ਉਹ ਤੁਹਾਡੇ ਵਿਸ਼ੇ 'ਤੇ ਦੱਸਣਾ ਨਹੀਂ ਗਾ ਤੁਹਾਨੂੰ, ਕਿਉਂਕਿ ਤੁਹਾਡੇ ਵਿਸ਼ੇ 'ਤੇ ਤੁਹਾਡੇ ਆਲਰੇਡੀ ਸਬਜੈਕਟ ਨਾਲ ਰਿਲੇਟਡ ਤਾਂ ਤੁਸੀਂ ਪੜ੍ਹੀ ਬੈਠੇ ਹੋ, ਉਹਦੇ 'ਤੇ ਅਸੀਂ ਕਿਉਂ ਟਾਈਮ ਵੇਸਟ ਕਰਾਂਗੇ। ਅਤੇ ਉਹਦੇ 'ਤੇ ਸ਼ਾਇਦ ਅਸੀਂ ਤੁਹਾਨੂੰ ਦੱਸ ਵੀ ਕੁਛ ਨਹੀਂ ਸਕਦੇ ਕਿਉਂਕਿ ਉਹ ਤਾਂ ਤੁਸੀਂ ਲੰਘਿਆ ਹੋਇਆ ਵੇਲਾ ਹੈ, ਉਹ ਤਾਂ ਤੁਸੀਂ ਕਰ ਲਿਆ। ਅਸੀਂ ਤਾਂ ਤੁਹਾਨੂੰ ਬਸ ਇਸ ਚੀਜ਼। ਸੋ ਅੱਜ ਦੀ ਸਾਡੀ ਪਹਿਲੀ ਓਰੀਐਂਟੇਸ਼ਨ ਕਲਾਸ ਜਿਹੜੀ ਆ ਇਹਦੇ 'ਚ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਤੁਸੀਂ ਇਸ ਕੋਰਸ ਨੂੰ ਜੇ ਤੁਸੀਂ ਇਸੇ ਐਪ 'ਤੇ ਇਨਰੋਲ ਹੋਣਾ ਤਾਂ 2499 ਇਸ 2499 'ਚ ਤੁਸੀਂ ਇੱਕ ਤਾਂ ਸਾਡੇ ਕੋਲ ਪਰਸਨਲ ਗਾਈਡੈਂਸ ਹੋ ਜਾਊਗੀ, ਇੱਕ ਉਸ ਤੋਂ ਪਹਿਲਾਂ ਸਾਰੇ ਲੈਕਚਰਸ ਹੋ ਜਾਣਗੇ ਅਤੇ ਲਾਸਟ 'ਚ ਉਸ ਤੋਂ ਬਾਅਦ ਸਾਡੀਆਂ ਮੌਕ ਇੰਟਰਵਿਊਜ਼ ਹੋ ਜਾਣਗੀਆਂ। ਇਹ ਚੀਜ਼ਾਂ ਤੁਹਾਨੂੰ ਇਸ ਕੋਰਸ ਦੇ ਵਿੱਚ ਮਿਲਣਗੀਆਂ। ਖੈਰ ਆ ਜਾਓ, ਸਭ ਤੋਂ ਪਹਿਲੀ ਗੱਲ ਇਹ ਆ ਕਿ ਜਦੋਂ ਵੀ ਆਪਾਂ ਕਿਸੇ ਵੀ ਪੇਪਰ ਨਾਲ ਸੰਬੰਧਿਤ
ਕੁਛ ਦੇਖਦੇ ਹਾਂ, ਠੀਕ ਆ। ਤਾਂ ਸਭ ਤੋਂ ਮੇਨ ਚੀਜ਼ ਹੁੰਦੀ ਆ ਤੁਹਾਡਾ ਬਾਇਓਡਾਟਾ। ਵੈਸੇ ਇਹ ਜਿਹੜੀ ਓਰੀਐਂਟੇਸ਼ਨ ਦੀ ਕਲਾਸ ਆ ਇਹ ਵੀ 2 ਹਿੱਸਿਆਂ 'ਚ ਜਾਊਗੀ, ਕਲਾਸ 1 ਤੇ ਕਲਾਸ 2। ਅੱਜ ਦੀ ਕਲਾਸ ਜਿਹੜੀ ਆ ਉਹਦੇ 'ਚ ਸਿਰਫ ਤੇ ਸਿਰਫ ਮੈਂ ਅਗਲਾ ਜੌਬ ਪ੍ਰੋਫਾਈਲ, ਰੋਲਸ, ਪਰਸਨਲ ਮੈਂਟਰਸ਼ਿਪ ਵਗੈਰਾ, ਤੇ ਇਸ ਤੋਂ ਬਾਅਦ ਵਟ ਇਜ਼ ਸਵੋਟ, ਸਟਰੈਂਥ, ਵੀਕਨੈਸ ਐਂਡ ਓਪਰਚੁਨਿਟੀਜ਼ ਤੇ ਥ੍ਰੈਟ, ਇਹ ਸਾਰੀਆਂ ਚੀਜ਼ਾਂ, ਵਟ ਇਜ਼ ਇਮੋਸ਼ਨਲ ਇੰਟੈਲੀਜੈਂਸ, ਤੁਸੀਂ ਕਿਵੇਂ ਇੰਟਰਵਿਊ ਕੰਡਕਟ ਕਰ ਰਹੇ ਬੰਦੇ ਨੂੰ ਪ੍ਰਭਾਵਿਤ ਕਰ ਸਕਦੇ ਹੋ ਕਿ ਉਹ ਤੁਹਾਡੇ ਤੋਂ ਉਹੀ ਕੁਝ ਪੁੱਛੇ ਜੋ ਤੁਸੀਂ ਦੱਸਣਾ ਚਾਹੁੰਦੇ ਹੋ, ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ। ਅੱਜ ਫਿਲਹਾਲ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬਾਇਓਡਾਟਾ, ਠੀਕ ਆ। ਕਿ ਤੁਸੀਂ ਜਿਹੜਾ ਆਪਣਾ ਬੇਸਿਕਲੀ ਡੈਫ ਭਰਨਾ ਹੁੰਦਾ ਹੈ, ਜੋ ਤੁਹਾਡਾ ਡਿਟੇਲਡ ਐਪਲੀਕੇਸ਼ਨ ਫਾਰਮ ਤੁਹਾਨੂੰ ਆਉਂਦਾ ਹੈ, ਉਹਦੇ 'ਚ ਕੀ ਕੀ ਸੰਭਾਵਨਾ ਹੋ ਸਕਦੀ ਹੈ, ਕਿਹੜੇ ਕਿਹੜੇ ਸਵਾਲ ਪੈਦਾ ਹੋ ਸਕਦੇ ਆ। ਕਿਉਂਕਿ ਤੁਸੀਂ ਪਹਿਲੀ ਕਲਾਸ ਅੱਜ, ਤਾਂ ਤੁਸੀਂ ਕਿਉਂ ਨਾ ਇਹਦੇ 'ਤੇ ਤਿਆਰੀ ਕਰਨੀ ਅੱਜ ਤੋਂ ਹੀ ਸਟਾਰਟ ਕਰ ਦਿਓ, ਤੇ ਆਪਾਂ ਕਿਉਂ ਟਾਈਮ ਵੇਸਟ ਕਰੀਏ। ਖੈਰ, ਜਦੋਂ ਅਜੇ ਤੱਕ ਤਾਂ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਸ਼ੋਅ ਨਹੀਂ ਹੋਇਆ ਤੁਹਾਡੀ ਉਹਦੇ 'ਤੇ ਐਪਲੀਕੇਸ਼ਨ 'ਤੇ, ਬਟ ਵਿਦਿਨ ਡੇਜ਼ ਤੁਹਾਨੂੰ PPSC ਦਾ ਇਹ ਬਾਇਓਡਾਟਾ ਸ਼ੀਟ ਜਿਹੜੀ ਆ ਉਹ ਮਿਲੂਗੀ। ਮੀਨਸ ਤੁਹਾਡੀ ਪੋਸਟ ਲਿਖੀ ਹੋਊਗੀ, ਡਿਪਾਰਟਮੈਂਟ ਰਿਕਰੂਟਮੈਂਟ ਆਫ 66 ਪੋਸਟ ਆਫ ਸੈਕਸ਼ਨ ਆਫਿਸਰਸ। ਦੇਖੋ, ਪਹਿਲਾ ਸਵਾਲ ਤਾਂ ਤੁਹਾਨੂੰ ਇਹ ਹੋਊਗਾ ਕਿ ਸੈਕਸ਼ਨ ਆਫਿਸਰ ਦਾ ਬੇਸਿਕਲੀ ਕੰਮ ਕੀ ਆ, ਠੀਕ ਆ। ਤੇ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਮਹਿਕਮੇ ਆ, ਠੀਕ ਆ, ਤੇ ਪੰਜਾਬ 'ਚ ਬਹੁਤ ਵੱਡੇ ਪੱਧਰ 'ਤੇ ਕੰਮ ਹੋ ਰਿਹਾ ਹੈ। ਵੈਸੇ ਤਾਂ ਦੇਖੋ, ਆਡਿਟ ਦੀ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਕੇਂਦਰ ਦੀ ਆ, ਤੇ ਸਰਕਾਰ ਨੇ ਕੌਨਸਟੀਟਿਊਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ 148 ਆਰਟੀਕਲ ਤੋਂ ਲੈ ਕੇ 151 ਆਰਟੀਕਲ ਤੱਕ ਸਾਡੇ ਦੇਸ਼ 'ਚ ਆਡਿਟ ਦਾ ਜ਼ਿਕਰ ਆ। ਪਰ ਪੰਜਾਬ ਸਟੇਟ ਜਿਹੜੀ ਆ ਉਹਦੀ ਇਹ ਕੋਸ਼ਿਸ਼ ਰਹਿੰਦੀ ਆ ਕਿ ਜਦੋਂ ਕੇਂਦਰ ਸਾਡਾ ਆਡਿਟ ਕਰਨ ਆਵੇ ਤਾਂ ਸਾਡੇ ਜਿਹੜੇ ਅਕਾਊਂਟਸ ਨੇ ਉਹ ਮੈਨੇਜ ਰਹਿਣ। ਸੋ ਉਹਨਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਇਹ ਪੰਜਾਬ ਦੇ ਹਰ ਡਿਪਾਰਟਮੈਂਟ ਦੇ ਵਿੱਚ ਫਾਈਨਾਂਸ, ਟ੍ਰੈਜ਼ਰੀ ਐਂਡ ਅਕਾਊਂਟ ਸਬ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਫਾਈਨਾਂਸ ਦੇ ਵਿੱਚ, ਉੱਥੋਂ ਸਪੈਸ਼ਲ ਇੱਕ ਬੰਦਾ ਭੇਜਿਆ ਜਾਂਦਾ ਹੈ ਹਰ ਡਿਪਾਰਟਮੈਂਟ ਦੇ ਵਿੱਚ। ਟਰਾਂਸਪੋਰਟ ਦਾ ਮਹਿਕਮਾ ਹੋਇਆ, ਕਿਸੇ ਵੀ ਮਹਿਕਮੇ ਦਾ, ਉਹਨੂੰ ਅਸੀਂ ਕਹਿੰਦੇ ਹਾਂ ਸੈਕਸ਼ਨ ਆਫਿਸਰ। ਉਸ ਸੈਕਸ਼ਨ ਅਫਸਰ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਕਿ ਕੋਈ ਵੀ ਵਿੱਤੀ ਟ੍ਰਾਂਜੈਕਸ਼ਨ ਆ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆ, ਉਹ ਉਹਦੀ ਅਪਰੂਵਲ ਨਾਲ ਹੁੰਦੀ ਆ। ਤੁਸੀਂ ਕਦੇ ਵੀ ਨੋਟਿਸ ਕੀਤਾ ਕਿ ਤੁਸੀਂ ਕਦੀ ਗੱਡੀ ਦੀ RC ਬਣਾਉਣ ਗਏ ਹੋ ਤਾਂ ਤੁਹਾਡੀ ਜਿਹੜੀ RC ਦੀ ਫੀਸ ਆ, ਜਾਂ ਜੋ ਤੁਹਾਡੀ ਰਜਿਸਟ੍ਰੇਸ਼ਨ ਦੀ ਫੀਸ ਆ, ਜਾਂ ਜੋ ਵੀ ਫੀਸ ਆ, ਉਹਦੀ ਅਪਰੂਵਲ ਜਿਹੜੀ ਆ ਉੱਥੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਇੱਕ SO ਲੈਵਲ ਦਾ ਅਫਸਰ ਆ ਜਿਹੜਾ ਉਹ ਉਹਨੂੰ ਅਪਰੂਵ ਕਰੂਗਾ। ਸੋ ਖੈਰ, ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਕਿ ਇਹ ਬੇਸਿਕ ਇਹਨਾਂ ਦਾ ਪੇਰੈਂਟ ਡਿਪਾਰਟਮੈਂਟ ਤਾਂ ਜਿਹੜਾ ਹੁੰਦਾ ਜੀ ਫਾਈਨਾਂਸ ਹੁੰਦਾ ਹੈ। ਇਹਨਾਂ ਦੀ ਇਸਟੈਬਲਿਸ਼ਮੈਂਟ, ਇਹਨਾਂ ਦੇ ਸਾਰੇ ਰੂਲਸ ਉੱਥੋਂ ਬਣਦੇ ਆ, ਪਰ ਇਹਨਾਂ ਦੀ ਤਨਖਾਹ ਉਹ ਕੰਸਰਨਡ ਡਿਪਾਰਟਮੈਂਟ ਦਿੰਦਾ ਹੈ ਜਿੱਥੇ ਇਹਨਾਂ ਨੂੰ ਇੰਸਟਾਲ ਕੀਤਾ ਜਾਂਦਾ ਹੈ ਜਾ ਕੇ। ਸੋ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਸਮਝ ਆ ਗਈ। ਹੁਣ ਮੇਨ ਗੱਲ ਕੀ ਹੈ, ਪਹਿਲਾਂ ਤੁਹਾਡਾ ਨਾਮ, ਤੁਹਾਡੇ ਫਾਦਰ ਦਾ ਨਾਮ ਤੇ ਡੇਟ ਆਫ ਬਰਥ। ਹੁਣ ਓਬਵੀਅਸ ਜੀ ਗੱਲ ਆ, ਇਹਦੇ 'ਚ ਕੀ ਚੀਜ਼ ਇੰਪੋਰਟੈਂਟ ਹੋ ਸਕਦੀ ਹੈ। ਦੇਖੋ, ਸਪੋਜ਼ ਕਰੋ ਕਿ ਤੁਸੀਂ ਆਪਣਾ ਕੋਈ ਵੀ ਨਾਮ ਦੱਸਿਆ, ਵੈਸੇ ਤਾਂ ਬਹੁਤ ਰੇਅਰ ਚਾਂਸ ਆ ਕਿ ਕਿਸੇ ਦੇ ਨਾਮ 'ਚੋਂ ਕੁਝ ਪੁੱਛਿਆ ਜਾਵੇ, ਪਰ ਕਈ ਵਾਰੀ ਕੀ ਹੁੰਦਾ ਹੈ, ਕਿਸੇ ਦਾ ਕੋਈ ਨਾਮ ਹੀ ਸਪੈਸ਼ਲ ਹੋ ਜਾਂਦਾ ਹੈ। ਸਪੈਸ਼ਲ ਨਾਮ ਹੋਣ ਦਾ ਮਤਲਬ ਕਿ ਜੇ ਕੋਈ ਹਿੰਦੂ ਧਰਮ ਨਾਲ ਸੰਬੰਧਿਤ ਬੱਚਾ ਹੈ ਤਾਂ ਉਹਦਾ ਨਾਮ ਕਿਸੇ ਉਪਨਿਸ਼ਦ 'ਚੋਂ ਹੋ ਸਕਦਾ ਹੈ, ਕਿਸੇ ਵੇਦ 'ਚੋਂ, ਜਾਂ ਕਿਸੇ ਵੀ ਸਮ੍ਰਿਤੀ 'ਚੋਂ ਹੋ ਸਕਦਾ ਹੈ, ਤਾਂ ਉਹਨੂੰ ਉਹਦੇ ਨਾਮ ਦਾ ਬੈਕਗਰਾਊਂਡ ਪੁੱਛਿਆ ਜਾ ਸਕਦਾ ਹੈ, ਜਾਂ ਉਹਦੇ ਨਾਮ ਦਾ ਸੋਰਸ ਪੁੱਛਿਆ ਜਾ ਸਕਦਾ, ਸਰੋਤ ਦੱਸੋ ਕਿ ਬਈ ਕਿੱਥੋਂ ਤੁਹਾਡਾ ਨਾਮ ਆਇਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨਾਮ ਜਿਹੜਾ ਹੈ ਉਹ ਯੂਨੀਕ ਆ, ਉਹਦਾ ਕੋਈ ਉਹਦਾ ਸੋਰਸ ਕੋਈ ਹਿਸਟੋਰੀਕਲ ਕੋਈ ਮੀਨਸ ਕਿ ਬੁੱਕ ਆ, ਤਾਂ ਤੁਹਾਨੂੰ ਥੋੜ੍ਹਾ ਜਿਹਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਠੀਕ ਆ। ਹੁਣ ਇਸ ਤੋਂ ਬਾਅਦ ਹੋਰ ਕੀ ਚੀਜ਼ ਆ, ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਸਪੋਜ਼ ਕਰੋ ਕਿਸੇ ਦਾ ਨਾਮ ਰਿਪਨਦੀਪ ਆ, ਉਹਨੇ ਆਪਣਾ ਨਾਮ ਰਿਪੁਨਦੀਪ ਪਾਇਆ ਹੋਇਆ ਹੈ, ਤਾਂ ਜਦੋਂ ਉਹਨੂੰ ਪੁੱਛਿਆ ਜਾਊਗਾ ਕਿ ਤੇਰਾ ਨਾਮ ਕੀ ਹੈ, ਉਹ ਕਹੂਗਾ ਰਿਪਨ, ਤਾਂ ਉਹ ਕਹੂਗਾ ਜੀ ਇੱਥੇ ਤਾਂ ਤੁਸੀਂ RIPUN ਲਿਖਿਆ ਹੈ। ਕਈ ਵਾਰੀ ਅਸੀਂ ਕਿਸੇ ਵੀ ਕਾਰਨ ਕਰਕੇ ਆਪਣੇ ਨਾਮ ਦੇ ਅੱਖਰ 'ਚ ਕੋਈ ਚੇਂਜ ਕੀਤਾ ਹੁੰਦਾ ਹੈ, ਠੀਕ ਆ। ਸੋ ਓਬਵੀਅਸ ਜੀ ਗੱਲ ਆ, ਉਹ ਚੀਜ਼ ਵੀ ਕਈ ਵਾਰੀ ਸਪੈਸ਼ਲ ਹੋ ਜਾਂਦੀ ਹੈ। ਕਈ ਵਾਰੀ ਕਿਸੇ ਨੇ ਆਪਣੇ ਨਾਮ 'ਚ ਨੋਰਮਲੀ J ਹੁੰਦਾ ਹੈ, ਪਰ ਉਹਦੇ 'ਚ ਨਾਮ 'ਚ ਉੱਥੇ J ਨਹੀਂ Y ਆ ਜਾਂਦਾ ਹੈ। ਕਈ ਵਾਰੀ ਕਿਸੇ ਨੇ ਆਪਣਾ ਨਾਮ, ਸਪੋਜ਼ ਕਰੋ ਕਿਸੇ ਦਾ ਨਾਮ ਯਾਦਵਿੰਦਰ ਆ, ਅਤੇ ਨੋਰਮਲੀ ਯਾਦਵਿੰਦਰ Y ਤੋਂ ਸ਼ੁਰੂ ਹੁੰਦਾ ਹੈ, ਪਰ ਜੇ ਕਿਸੇ ਨੇ ਆਪਣਾ ਨਾਮ ਯਾਦਵਿੰਦਰ ਲਿਖਿਆ ਹੋਇਆ ਹੈ ਤਾਂ ਇਹ ਆਪਣੇ ਆਪ 'ਚ ਇੱਕ ਯੂਨੀਕ ਚੀਜ਼ ਹੋ ਗਈ ਨਾ, ਕਿ ਤੇਰਾ ਨਾਮ Y ਤੋਂ ਕਿਉਂ ਨਹੀਂ ਸ਼ੁਰੂ, ਜਦ ਕਿ ਨੋਰਮਲੀ ਵੈਸੇ ਇਸ ਚੀਜ਼ 'ਤੇ ਮੁੱਦਾ ਨਹੀਂ ਬਣਦਾ, ਬਟ ਹਾਂ ਜੇ ਤੁਸੀਂ ਕੋਈ ਯੂਨੀਕ ਸਟੈਪ ਚੱਕਿਆ ਹੋਇਆ ਹੈ, ਜਾਂ ਤੁਹਾਡੇ ਨਾਮ ਦਾ ਹੀ ਕੋਈ ਯੂਨੀਕ ਸੋਰਸ ਆ, ਤਾਂ ਤੁਹਾਨੂੰ ਤੁਹਾਡੇ ਨਾਮ ਨਾਲ ਸੰਬੰਧਿਤ ਉਲਝਾਇਆ ਜਾ ਸਕਦਾ ਹੈ,
ਤੇ ਗੱਲ ਇਹ ਆ ਕਿ ਫਿਰ ਤੁਸੀਂ ਵੀ ਤਿਆਰ ਹੋ ਕੇ ਜਾਓ, ਕਿਉਂਕਿ ਤੁਹਾਡੀ ਜਿਹੜੀ ਇਹ ਇਨਫੋਰਮੇਸ਼ਨ ਆ ਨਾ, ਇਹ ਤੁਹਾਡੀ ਪਰਸਨਲ ਇਨਫੋਰਮੇਸ਼ਨ ਆ, ਤੁਹਾਡੀ ਨਿੱਜੀ ਜਾਣਕਾਰੀ ਆ। ਤੁਹਾਡੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਤੁਹਾਡਾ ਇਹ ਨਿੱਜੀ ਜਾਣਕਾਰੀ 'ਚ ਹੀ ਕੁਛ ਐਵੇਂ ਦੀ ਚੀਜ਼ ਹੋਵੇ, ਜਾਂ ਤੁਸੀਂ ਉਹਨੂੰ ਇੰਨਾ ਸੋਹਣਾ ਲਿਖਿਆ ਹੋਵੇ, ਸਾਫ਼ ਸੁਥਰਾ ਜਿਹਾ, ਕਿ ਉਹਦੇ ਬੰਦੇ ਦਾ ਧਿਆਨ ਤੁਹਾਡੀ ਪਰਸਨਲ ਇਨਫੋਰਮੇਸ਼ਨ 'ਤੇ ਪਵੇ। ਉਹਦੀ ਵਜ੍ਹਾ ਕੀ ਆ, ਅਗਲਾ ਸਿੱਧਾ ਤੁਹਾਡੀ ਪਰਸਨਲ ਇਨਫੋਰਮੇਸ਼ਨ 'ਤੇ ਜਾਊਗਾ, ਉਹਨੂੰ ਇੱਥੋਂ ਹੀ ਕੋਈ ਨਾ ਕੋਈ ਸਵਾਲ ਲੱਭ ਜੂਗਾ। ਉਹ ਦੂਸਰੇ ਨੰਬਰ ਵਾਲੀ ਤੁਹਾਡੀ ਜਿਹੜੀ ਅਕੈਡਮਿਕ ਇਨਫੋਰਮੇਸ਼ਨ ਆ, ਅਕਾਦਮਿਕ ਇਨਫੋਰਮੇਸ਼ਨ ਜਾਣਕਾਰੀ ਹੈ ਜਿਹੜੀ, ਉਹਦੇ 'ਤੇ ਜਾਊਗਾ ਹੀ ਨਹੀਂ। ਸੋ ਸਭ ਤੋਂ ਪਹਿਲੀ ਗੱਲ ਤਾਂ ਨਾਮ ਵਾਲੇ ਸਾਵਧਾਨ ਰਹਿਣ, ਠੀਕ ਆ। ਫਿਰ ਉਸ ਤੋਂ ਬਾਅਦ ਦੂਸਰੀ ਚੀਜ਼ ਆ ਫਾਦਰ ਨੇਮਸ। ਫਾਦਰ ਨੇਮਸ ਨੂੰ ਦੇਖ ਕੇ ਵੀ ਉਹ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਐਕਸਾਈਟਡ ਹੋ ਸਕਦਾ ਹੈ, ਜਾਂ ਬਾਈ ਚਾਂਸ ਉਹਨੂੰ ਫਾਦਰ ਨੇਮ 'ਚ ਕੁਛ ਨਾ ਲੱਗਿਆ ਤਾਂ ਉਹ ਬਾਈ ਚਾਂਸ ਤੁਹਾਨੂੰ ਪੁੱਛ ਸਕਦਾ ਹੈ ਕਿ ਤੁਹਾਡਾ ਫਾਦਰ ਕਿਸ ਕਿੱਤੇ ਨਾਲ ਸੰਬੰਧਿਤ ਨੇ, ਐਗਰੀਕਲਚਰ ਤੋਂ ਲੈ ਕੇ ਕਿਸੇ ਡਿਪਾਰਟਮੈਂਟ ਨਾਲ ਸੰਬੰਧਿਤ। ਉਹ ਉਹਨਾਂ ਦੇ ਕਾਰੋਬਾਰ ਬਾਰੇ ਵੀ ਤੁਹਾਡੇ ਤੋਂ ਕੁਛ ਪੁੱਛ ਸਕਦਾ ਹੈ। ਜੇ ਤਾਂ ਨੋਰਮਲ ਉਹ ਖੇਤੀਬਾੜੀ ਕਰਦੇ ਆ ਤਾਂ ਬਹੁਤ ਘੱਟ ਚਾਂਸ ਆ ਕਿ ਤੁਹਾਡੇ ਕੋਲ ਕੁਛ ਪੁੱਛਿਆ ਜਾਵੇ। ਹਾਂ, ਥੋੜ੍ਹਾ ਜਿਹਾ ਜੇ ਕੋਈ ਬੜਾ ਇੱਕ ਕੋਈ ਪੈਨਲ ਦੇ ਵਿੱਚ ਐਕਸਪਰਟ ਬੈਠਾ ਹੈ ਐਗਰੀਕਲਚਰ ਨਾਲ ਸੰਬੰਧਿਤ, ਜਿਹਦੀ ਕਿ ਉਮੀਦ ਘੱਟ ਹੀ ਕਰਿਓ। ਅਤੇ ਜੇ ਸਪੋਜ਼ ਕਰੋ ਤੁਹਾਡੇ ਫਾਦਰ ਕਿਸੇ ਅਕਾਊਂਟਸ ਨਾਲ ਸੰਬੰਧਿਤ ਡਿਪਾਰਟਮੈਂਟ 'ਚ ਕੰਮ ਕਰਦੇ ਆ, ਜਾਂ ਅਕਾਊਂਟਸ ਨਾਲ ਸੰਬੰਧਿਤ ਕੋਈ ਵੈਸੇ ਕੰਮ ਕਰਦੇ ਆ, ਜਾਂ CA ਨੇ, ਜਾਂ ਇਸ ਫੀਲਡ ਨਾਲ ਸੰਬੰਧਿਤ ਆ, ਅਤੇ ਤੁਹਾਨੂੰ ਉਹਨਾਂ ਦੀ ਫੀਲਡ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਮੰਨ ਕੇ ਚੱਲੋ ਕਿ ਪੈਨਲ ਦੇ ਵਿੱਚ ਇੱਕ ਚੇਅਰਮੈਨ ਜਾਂ ਮੈਂਬਰ ਹੋਊਗਾ, ਇੱਕ ਸਾਈਕੋਲੋਜਿਸਟ ਹੋਊਗਾ ਜਿਹੜਾ ਤੁਹਾਡੀ ਸਾਈਕੋਲੋਜੀ ਪਰਖ ਰਿਹਾ ਹੋਊਗਾ, ਅਤੇ ਇੱਕ ਪੈਨਲ ਦਾ ਮੈਂਬਰ ਡੈਡ ਸ਼ੋਰ ਆ ਤੁਹਾਡੇ ਵਿਸ਼ੇ ਨਾਲ ਸੰਬੰਧਿਤ, ਤੁਹਾਡੀ ਸਬਜੈਕਟ ਨਾਲ ਸੰਬੰਧਿਤ ਹੋਊਗਾ, ਜਿਹੜਾ ਕਿ ਤੁਹਾਡੇ ਤੋਂ ਟੈਕਨੀਕਲ ਜਾਂ ਸਬਜੈਕਟਿਵ ਸਵਾਲ ਜਾਂ ਤੁਹਾਡੇ ਸਬਜੈਕਟ ਰਿਲੇਟਡ ਸਵਾਲ ਪੁੱਛੂਗਾ। ਸੋ ਉਹ ਜੇ ਤੁਹਾਡੇ ਫਾਦਰ ਦੇ ਆਕੂਪੇਸ਼ਨ ਜਾਂ ਤੁਹਾਡੇ ਫਾਦਰ ਦੇ ਡਿਪਾਰਟਮੈਂਟ ਉਹਦੇ ਹੀ ਨਾਲ ਮੈਚ ਕਰ ਗਿਆ, ਅਕਾਊਂਟਸ ਨਾਲ ਮੈਚ ਕਰ ਗਿਆ, ਕਾਮਰਸ ਨਾਲ ਮੈਚ ਕਰ ਗਿਆ, ਤਾਂ ਓਬਵੀਅਸ ਜੀ ਗੱਲ ਆ, ਇੱਥੇ ਤੁਹਾਡੇ ਨਾਲ ਗੇਮ ਘੁੰਮ ਸਕਦੀ ਆ। ਨੈਕਸਟ ਉਸ ਤੋਂ ਬਾਅਦ ਆ ਗਈ ਜੀ ਡੇਟ ਆਫ ਬਰਥ। ਡੇਟ ਆਫ ਬਰਥ ਬਹੁਤ ਕੁਝ ਦੱਸਦੀ ਹੈ। ਸਪੋਜ਼ ਕਰੋ ਕਿਸੇ ਨੇ ਲਿਖਤਾ ਜੀ ਮੇਰੀ ਡੇਟ ਆਫ ਬਰਥ 85 ਆ, ਠੀਕ ਆ। 85 ਵਾਲੇ ਦਾ ਮਤਲਬ ਆ 95, 2005 ਤੇ 15, 30 ਸਾਲ ਤੇ 38 ਸਾਲ ਦਾ ਹੋ ਗਿਆ ਉਹ। ਚਲੋ 85 ਨਹੀਂ 87 ਲਾਓ, ਠੀਕ ਆ। ਜਰਨਲ ਕੈਟੇਗਰੀ 'ਚ ਤੇ ਹਜੇ 37 ਦਾ ਪੂਰਾ ਹੋ ਗਿਆ, ਤਾਂ ਓਬਵੀਅਸ ਜੀ ਗੱਲ ਆ 21 ਸਾਲ ਦੀ ਉਮਰ 'ਚ ਬੰਦਾ ਨੌਕਰੀ ਲੱਗ ਸਕਦਾ। ਕਿ ਇਹ 16 ਸਾਲ ਦਾ ਗੈਪ ਕਿਉਂ? ਜੇ ਤੁਸੀਂ 16 ਸਾਲ ਕੁਛ ਵੀ ਨਹੀਂ ਕੀਤਾ ਤਾਂ ਕੀ ਕੀਤਾ? ਜੇ ਤੁਸੀਂ ਹੁਣ ਤੱਕ 16 ਸਾਲ ਕੁਛ ਨਹੀਂ ਕੀਤਾ ਤੇ ਡਿਪਾਰਟਮੈਂਟ 'ਚ ਆ ਕੇ ਤੁਸੀਂ ਕੀ ਕਰ ਲੋਗੇ? ਤੁਹਾਡੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਇਹ ਆ। ਸੋ ਤੁਸੀਂ 16 ਸਾਲ ਤਿਆਰੀ ਹੀ ਕਰ ਰਹੇ ਸੀ, ਠੀਕ ਆ, ਜਾਂ ਤੁਸੀਂ ਇਸ 16 ਸਾਲ ਦੇ ਨਾਲ ਆਪਣੀ ਆਈ ਚਲਾਈ ਲਈ ਕੁਛ ਕੀਤਾ? ਜੇ ਤੁਸੀਂ 16 ਸਾਲ ਸਿਰਫ ਕਿਸਮਤ ਦੇ ਆਸਰੇ ਹੀ ਬੈਠੇ ਰਹੇ ਸੀਗੇ ਤਾਂ ਇਹਦਾ ਮਤਲਬ ਤੁਸੀਂ ਤਾਂ ਡਿਪਾਰਟਮੈਂਟ ਨੂੰ ਕੱਲ੍ਹ ਨੂੰ ਵੀ ਕਿਸਮਤ ਦੇ ਆਸਰੇ ਛੱਡ ਜਾਓਗੇ। ਜੇ ਇਹਨਾਂ 16 ਸਾਲਾਂ ਦੇ ਦੌਰਾਨ ਤੁਸੀਂ ਜੇ 10 ਸਾਲ ਜਾਂ 15 ਸਾਲ ਤੁਸੀਂ ਕਿਤੇ ਕੋਈ ਜੌਬ ਕੀਤੀ ਹੈ, ਤੁਹਾਨੂੰ ਉਸ ਜੌਬ ਬਾਰੇ ਤਾਂ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਸਭ ਤੋਂ ਵੱਧ ਪਤਾ ਹੋਣਾ ਚਾਹੀਦਾ ਹੈ ਕਿ ਇਸ ਜੌਬ 'ਤੇ ਆਉਣ ਤੋਂ ਪਹਿਲਾਂ ਤੁਸੀਂ ਜਿਸ ਡਿਪਾਰਟਮੈਂਟ 'ਚ ਸੀਗੇ, ਜਿਸ ਪੋਸਟ 'ਤੇ ਸੀ, ਜਾਂ ਕਿਸੇ ਕਿੱਤੇ 'ਚ ਸੀ, ਕਿਸੇ ਆਕੂਪੇਸ਼ਨ 'ਚ ਸੀ, ਤੁਸੀਂ ਉਸ ਆਕੂਪੇਸ਼ਨ ਨਾਲ ਸੰਬੰਧਿਤ ਤੁਹਾਡਾ ਤਜਰਬਾ ਜਿਹੜਾ ਹੈ ਉਹ ਤੁਹਾਨੂੰ ਸਪਸ਼ਟ ਰੂਪ ਦੇ ਵਿੱਚ ਕਿਸੇ ਨੂੰ ਬਿਆਨ ਕਰਨਾ ਆਉਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ, ਤੇ ਜੇ ਤੁਹਾਡੀ ਇੱਕ ਸਟੂਡੈਂਟ ਲਾਈਫ ਸੀ ਤਾਂ ਤੁਸੀਂ ਮੰਨ ਕੇ ਚੱਲੋ ਫਿਰ ਤੁਸੀਂ ਬਹੁਤ ਵੱਡੇ ਖਤਰੇ 'ਚ ਵੀ ਕਹਿ ਸਕਦੇ ਹੋ, ਕਿਉਂਕਿ ਤੁਹਾਨੂੰ ਰੀਸੈਂਟਲੀ ਤੁਸੀਂ ਪੜ੍ਹਾਈ 'ਚੋਂ ਨਿਕਲ ਕੇ ਹੀ ਪੇਪਰ ਦੇਣ ਆ ਗਏ, ਤਾਂ ਓਬਵੀਅਸ ਜੀ ਗੱਲ ਆ ਤੁਹਾਡੀ ਮਾਸਟਰ ਜਿਹੜੀ ਆਫ ਕਾਮਰਸ ਆ, MCOM ਆ, ਤੁਹਾਨੂੰ ਉਹਦੇ ਨਾਲ ਰਿਲੇਟਡ ਬਹੁਤ ਥਿਓਰੈਟੀਕਲ ਸਵਾਲ ਪੁੱਛੇ ਜਾ ਸਕਦੇ ਆ। ਇਹਦੀ ਇੱਕ ਐਲੀਜੀਬਿਲਟੀ CA ਵੀ ਸੀ, ਓਬਵੀਅਸ ਜੀ ਗੱਲ ਆ। ਇੱਕ ਹੱਦ ਤੱਕ ਜਾਂ ਬਹੁਤ ਹੱਦ ਤੱਕ ਚਾਂਸ ਆ ਕਿ ਤੁਸੀਂ ਪਹਿਲਾਂ CA ਰਹੇ ਹੋਵੋਗੇ। ਜੇ ਤੁਸੀਂ CA ਰਹੇ ਹੋ ਤਾਂ ਓਬਵੀਅਸ ਜੀ ਗੱਲ ਆ ਕਿ ਤੁਹਾਡੀ ਕੋਲ ਇੱਕ ਬਹੁਤ ਹੱਦ ਤੱਕ ਤੁਹਾਡੀ ਜਿਸ ਫਰਮ ਨਾਲ ਤੁਸੀਂ ਜੁੜੇ ਰਹੇ ਹੋ, ਤੁਸੀਂ CA ਦਾ ਕੰਮ ਕਿਵੇਂ ਕੀਤਾ, CA ਦੇ ਕੰਮ ਨਾਲ ਸੰਬੰਧਿਤ ਜੋ ਰੀਸੈਂਟ ਸਰਕਾਰੀ ਨਿਰਦੇਸ਼ ਆਏ ਆ, ਜਾਂ CA ਨਾਲ ਸੰਬੰਧਿਤ ਜੋ ਵੀ ਕੰਮ ਆ, ਪ੍ਰਾਈਵੇਟ ਕੰਮ ਜਾਂ ਕੁਛ ਵੀ ਤੁਹਾਡੀ ਕਿੱਤੇ ਨਾਲ, ਤੁਹਾਡੀ ਫਰਮ ਨਾਲ ਸੰਬੰਧਿਤ, ਜੇ ਤੁਸੀਂ ਤੁਹਾਡੇ ਪ੍ਰੋਫੈਸ਼ਨ ਨਾਲ ਸੰਬੰਧਿਤ ਬਹੁਤ ਕੁਛ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤੁਸੀਂ ਕੁਛ ਵੀ ਨਵਾਂ ਨਹੀਂ ਸਿੱਖਣਾ, ਤੁਸੀਂ ਆਪਣੇ ਹੀ ਕੰਮ ਨੂੰ ਰੀਕਾਲ ਕਰਨਾ ਹੈ ਕਿ ਤੁਹਾਡਾ ਜਿਹੜਾ ਪ੍ਰੋਫੈਸ਼ਨ ਸੀਗਾ ਉਹਦੇ 'ਚ ਤੁਸੀਂ ਕੀ ਤਜਰਬੇ ਰਹੇ। ਕਿ ਜੇ ਤੁਹਾਡੇ ਪ੍ਰੋਫੈਸ਼ਨ ਬਾਰੇ ਤੁਹਾਡੇ ਕੋਲ ਆਹ ਪੁੱਛਿਆ ਜਾਵੇ ਕੀ ਤੁਸੀਂ ਉਹਦਾ ਜਵਾਬ ਦੇ ਪਾਓਗੇ? ਤੁਹਾਡੇ ਤੋਂ ਤੁਹਾਡੇ ਪ੍ਰੋਫੈਸ਼ਨ ਬਾਰੇ B ਚੀਜ਼ ਪੁੱਛੀ ਜਾਵੇ, ਕੀ ਤੁਸੀਂ ਜਵਾਬ ਦੇ ਪਾਓਗੇ? ਤੁਹਾਡੇ ਕੋਲੋਂ ਤੁਹਾਡੇ ਪ੍ਰੋਫੈਸ਼ਨ ਬਾਰੇ ਕੋਈ C ਚੀਜ਼ ਪੁੱਛੀ ਜਾਵੇ ਤਾਂ ਕੀ ਤੁਸੀਂ ਜਵਾਬ ਦੇ ਪਾਓਗੇ? ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਹੋਣੀਆਂ ਚਾਹੀਦੀਆਂ। ਸੋ ਇਹ ਚੀਜ਼ ਸਭ ਤੋਂ ਇੰਪੋਰਟੈਂਟ ਆ ਕਿ ਡੇਟ ਆਫ ਬਰਥ ਤੋਂ ਬਹੁਤ ਆਈਡੀਆ ਕਲੀਅਰ ਹੋਊਗਾ ਕਿ ਤੁਸੀਂ ਫਰੈਸ਼ ਹੋ,
ਜਾਂ ਫਰੈਸ਼ ਦਾ ਮਤਲਬ ਇਹ ਨਹੀਂ ਕਿ ਫਰੈਸ਼ ਦਾ ਮਤਲਬ ਹੋ ਗਿਆ ਕਿ ਤੁਸੀਂ ਸਿੱਧੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਤੁਸੀਂ ਨੌਕਰੀ 'ਚ ਕੁੱਦ ਆਏ, ਜਾਂ ਤੁਸੀਂ ਹਜੇ ਜਸਟ ਆਪਣੀ CA ਇੰਟਰ ਜੋ ਵੀ ਇਹਦੀ ਐਲੀਜੀਬਿਲਟੀ ਸੀ ਤੁਸੀਂ ਪੂਰੀ ਕੀਤੀ ਤੇ ਤੁਸੀਂ ਪੋਸਟ ਪੇਪਰ ਭਰਿਆ ਤੇ ਡਾਇਰੈਕਟ ਆ ਗਏ ਇਹਦੇ 'ਚ, ਜਾਂ ਤੁਸੀਂ ਵਿੱਚ ਬਹੁਤ ਲੰਮਾ ਸਮਾਂ ਆਪਣੀ ਕੋਈ ਹੋਰ ਪ੍ਰੋਫੈਸ਼ਨਲ ਲਾਈਫ ਹੰਡਾਈ ਆ, ਜਾਂ ਤੁਸੀਂ ਇੱਕ ਲੰਮਾ ਸਮਾਂ ਜੋਬ ਲਈ ਸਟਰਗਲ ਕੀਤਾ, ਜਾਂ ਤੁਸੀਂ ਇੱਕ ਪ੍ਰਾਈਵੇਟ ਜੋਬ 'ਤੇ ਸੀ, ਤੁਸੀਂ ਇਨਫੋਰਮਲ ਸੈਕਟਰ 'ਚ ਸੀ, ਕਿਸੇ ਵੀ ਤਰੀਕੇ ਨਾਲ ਸੀਗੇ ਤੁਸੀਂ, ਤਾਂ ਤੁਹਾਨੂੰ ਇਸ ਡੇਟ ਆਫ ਬਰਥ ਤੋਂ ਤੁਹਾਡੇ ਵਾਸਤੇ ਖੇਡ ਘੁੰਮ ਸਕਦੀ ਹੈ। ਸਿਮਿਲਰਲੀ ਤੁਹਾਡਾ ਅਕੈਡਮਿਕਸ ਵੀ ਕਈ ਵਾਰੀ ਤੁਹਾਨੂੰ ਬੈਨੀਫਿਟ ਦੇ ਦਿੰਦਾ ਹੈ। ਸਪੋਜ਼ ਕਰੋ ਤੁਸੀਂ ਇੱਥੇ ਆਪਣਾ ਯੂਨੀਵਰਸਿਟੀ ਜਾਂ ਸਕੂਲ PSE ਵੀ ਲਿਖਤਾ, ਜਾਂ CBSE ਲਿਖਤਾ, ਜਾਂ ICSE, ਵੈਸੇ ਹੁੰਦਾ ਤਾਂ ਨਹੀਂ ਪਰ ਇਹ ਇੱਕ ਸਾਈਕੋਲੋਜੀ ਆ ਕਿ ICSE ਦੇਖਦੇ ਸਾਰ ਹੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਵੱਧ ਜਾਂਦੀਆਂ। ਸੋ ICSE ਜੇ ਤੁਸੀਂ ਭਰਦੇ ਹੋ ਤਾਂ ਤੁਹਾਡੀਆਂ ਐਕਸਪੈਕਟੇਸ਼ਨਸ ਬਹੁਤ ਵੱਧ ਜਾਂਦੀਆਂ। ਜੇ ਤੁਸੀਂ PSE ਵੀ ਭਰ ਜਾਂਦੇ ਹੋ ਤਾਂ ਇੱਕ ਸਿੰਪਥੀ ਤੁਹਾਡੇ ਨਾਲ ਜੁੜ ਜਾਂਦੀ ਹੈ ਕਿ ਇਹ ਤਾਂ ਦੇਸੀ ਜਿਹੇ ਸਕੂਲਾਂ 'ਚੋਂ ਪੜ੍ਹਿਆ ਹੋਇਆ। ਖੈਰ ਇਹ ਇੱਕ ਅਨਡਿਊ ਐਡਵਾਂਟੇਜ ਆ ਜਿਹੜਾ ਕੋਈ ਬਹੁਤ ਵੱਡਾ ਵਰਕ ਨਹੀਂ ਕਰਦਾ, ਜਾਂ ਇਹ ਕਹਿ ਦੋ ਕਿ ਇਹ ਬਹੁਤ ਵੱਡੀ ਕੋਈ ਗੇਮ ਪਲਟ ਦੂਗਾ, ਐਵੇਂ ਦਾ ਕੁਛ ਨਹੀਂ ਹੈਗਾ। ਠੀਕ ਆ, ਦੋ ਚੀਜ਼ਾਂ ਇੱਥੇ ਵੀ ਮੈਟਰ ਕਰਦੀਆਂ। ਈਅਰ ਆਫ ਪਾਸਿੰਗ, ਜੇ ਈਅਰ ਆਫ ਪਾਸਿੰਗ ਬਹੁਤ ਪਿੱਛੇ ਆ ਤਾਂ ਤੁਹਾਡੇ ਕੋਲੋਂ ਗੈਪ ਜੋ ਕਿ ਇੱਥੋਂ ਜਾਂ ਇੱਥੋਂ ਕਿਤੇ ਵੀ ਆਈਡੀਆ ਲਾਇਆ ਜਾ ਸਕਦਾ ਹੈ। ਜੇ ਤੁਹਾਡੀ ਅਕੈਡਮਿਕਸ ਦੇ ਵਿੱਚ ਕੋਈ ਸਪੈਸ਼ਲ ਡਿਗਰੀ ਆ, ਸਪੋਜ਼ ਕਰੋ ਤੁਸੀਂ BCom ਦੇ ਨਾਲ PGDCA ਲਿਖੀ ਹੋਈ ਹੈ, ਹੁਣ ਓਬਵੀਅਸ ਜੀ ਗੱਲ ਆ ਕਿ ਜੇ PGDCA ਐਲੀਜੀਬਿਲਟੀ 'ਚ ਨਹੀਂ ਗਈ ਤੁਸੀਂ ਅਵੋਇਡ ਵੀ ਕਰ ਸਕਦੇ ਹੋ, ਉਹਦੇ 'ਚ ਕੋਈ ਬਹੁਤ ਵੱਡੀ ਗੱਲ ਨਹੀਂ। ਹਾਂ ਜੇ ਤੁਸੀਂ ਸਪੋਜ਼ ਕਰੋ ਤੁਸੀਂ ਆਪਣੀ PGDCA ਮੈਂਸ਼ਨ ਨਹੀਂ ਕੀਤੀ ਤਾਂ ਫਿਰ ਤੁਸੀਂ ਬੋਲਣ ਲੱਗੇ ਵੀ ਇਸ ਗੱਲ ਦਾ ਧਿਆਨ ਰੱਖੋਗੇ ਕਿ ਮੈਂ PGDCA ਨਹੀਂ ਕੀਤੀ, ਨਹੀਂ ਤਾਂ ਜਦੋਂ ਤੁਸੀਂ ਬੋਲੋਗੇ ਤਾਂ ਉਹਨਾਂ ਦੇ ਸਾਹਮਣੇ ਤੁਹਾਡਾ ਡੈਫ ਪਿਆ ਹੋਊਗਾ ਤੇ ਉਹ ਕਹਿਣਗੇ ਕਿ ਇਹਦੇ 'ਚ ਮੈਂਸ਼ਨ ਕੀਤੀ ਨਹੀਂ। ਸੋ ਇਹ ਚੀਜ਼ਾਂ ਨੇ ਕਿ ਤੁਸੀਂ ਬੜੇ ਧਿਆਨ ਨਾਲ ਆਪਣੀਆਂ ਅਕੈਡਮਿਕਸ ਲਿਖਣੀ ਹੈ। ਅਕੈਡਮਿਕਸ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਜਸਟੀਫਾਈ ਕਰਨ ਦਾ ਤੁਹਾਡੇ ਕੋਲ ਤਰੀਕਾ ਹੋਣਾ ਚਾਹੀਦਾ ਕਿ ਤੁਸੀਂ ਉਸ ਟਾਈਮ ਕੀ ਕਰ ਰਹੇ ਸੀ। ਸਭ ਤੋਂ ਮੇਨ ਗੱਲ, ਕਈ ਵਾਰੀ ਕੀ ਹੁੰਦਾ ਹੈ ਤੁਸੀਂ ਇਸ ਕਿਸੇ ਵੀ ਚੀਜ਼ ਨੂੰ ਛੁਪਾਉਣ ਦੇ ਚੱਕਰ 'ਚ ਬਲਫ ਕਰਨਾ ਸ਼ੁਰੂ ਕਰ ਦਿੰਦੇ ਹੋ, ਅਗਲੇ ਨੂੰ ਉਲਝਾਉਣਾ ਸ਼ੁਰੂ ਕਰ ਦਿੰਦੇ ਹੋ, ਧੋਖੇ 'ਚ ਰੱਖਣਾ। ਇਸ ਇੰਟਰਵਿਊ ਦੇ ਵਿੱਚ ਤਾਂ ਕਦੀ ਕਿਸੇ ਨੂੰ ਬਲਫ ਨਾ ਕਰਿਓ, ਕਿਉਂਕਿ ਇਹ 20 ਮਿੰਟ ਤੁਹਾਡੀ ਨੌਲੇਜ ਪਰਖਣ ਵਾਸਤੇ ਨਹੀਂ ਹੁੰਦੇ। ਇਹ 15-20 ਮਿੰਟ ਜੋ ਤੁਹਾਨੂੰ ਪੈਨਲ ਦੇ ਸਾਹਮਣੇ ਬੈਠਣਾ ਪੈ ਰਿਹਾ ਹੈ, ਇਹ ਕੋਈ ਇੰਟਰਵਿਊ ਪਰਖਣ ਦਾ ਸੌਦਾ ਨਹੀਂ ਹੈਗਾ ਜਾਂ ਸਮਾਂ ਨਹੀਂ ਹੈਗਾ। ਤੁਹਾਡੀ ਨੌਲੇਜ ਇਹ ਦੇਖਣ ਦਾ ਬੰਦਾ ਹੈਗਾ ਕਿ ਇਹ ਸ਼ਖਸ ਜਿਹਨੂੰ ਅਸੀਂ ਅਪੋਇੰਟ ਕਰਨ ਜਾ ਰਹੇ ਹਾਂ ਜਾਂ ਅਸੀਂ ਇਹਨੂੰ ਜੁਆਇਨਿੰਗ ਲੈਟਰ ਦੇਣ ਜਾ ਰਹੇ ਹਾਂ, ਇਹ ਸਾਡੇ ਮਹਿਕਮੇ ਵਾਸਤੇ ਕਿੰਨਾ ਕੁ ਕਾਰਗਰ ਸਿੱਧ ਹੋਊਗਾ। ਉਹਦੇ 'ਚ ਸਭ ਤੋਂ ਪਹਿਲਾ ਕ੍ਰਾਈਟੇਰੀਆ ਉਹ ਦੇਖਦੇ ਆ ਤੁਹਾਡੀ ਇਮਾਨਦਾਰੀ। ਜੇ ਤੁਸੀਂ ਉਹਨਾਂ ਨੂੰ ਇੰਟਰਵਿਊ 'ਚ ਹੀ ਬਲਫ ਕਰ ਰਹੇ ਹੋ ਤਾਂ ਉਹ ਤੁਹਾਡੇ 'ਤੇ ਯਕੀਨ ਹੀ ਖਤਮ ਕਰ ਦੇਣਗੇ। ਈਵਨ ਕਿ ਜੇ ਤੁਹਾਡੇ ਬਹੁਤ ਚੰਗੇ ਨੰਬਰ ਹੋਣਗੇ ਉਹ ਇੰਨੇ ਘੱਟ ਨੰਬਰ ਦੇਣਗੇ ਕਿ ਤੁਸੀਂ ਚੰਗੇ ਨੰਬਰ ਹੋਣ ਦੇ ਬਾਵਜੂਦ ਵੀ 34 ਜਾਂ 66 ਬੱਚਿਆਂ 'ਚੋਂ ਬਾਹਰ ਆ ਜਾਓ, ਜਿੰਨੀ ਵੀ ਤੁਹਾਡੀ ਰਿਕਰੂਟਮੈਂਟ ਹੈਗੀ ਆ ਉਨੇ ਬੰਦਿਆਂ 'ਚੋਂ ਬਾਹਰ ਆ ਜਾਓ। ਸੋ ਇਸ ਕਰਕੇ ਤੁਸੀਂ ਇੱਥੇ ਬਲਫ ਨਹੀਂ ਕਰਨਾ। ਹਾਂ ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਕਹਿ ਲਿਆ ਕਿ 2 ਸਾਲ ਦਾ ਗੈਪ ਕਿਉਂ, ਠੀਕ ਆ ਕਿ ਸਰ ਨਹੀਂ ਸੀ ਸਮਝ ਆ ਰਿਹਾ ਕੀ ਕੀਤਾ ਜਾਵੇ, ਅਸੀਂ ਟਰਾਈ ਕੀਤੀ, ਮੈਂ ਛੋਟੇ-ਮੋਟੇ ਪੇਪਰਾਂ ਵਾਸਤੇ ਟਰਾਈ ਕਰ ਰਿਹਾ ਸੀਗਾ, ਐਫਰਟਸ ਕਰ ਰਿਹਾ ਸੀ ਪਰ ਕੁਛ ਨਹੀਂ ਸੀ ਬਣ ਰਿਹਾ। ਠੀਕ ਆ, ਕਰੋਨਾ ਇੱਕ ਅਜਿਹਾ ਫੇਜ਼ ਆਇਆ ਜਿਹਦੇ 'ਚ ਕਿ ਮੈਨੂੰ ਮਤਲਬ ਕਿ ਕਹਿ ਲਓ ਕਿ ਐਫਰਟਸ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ। ਖੈਰ ਉਸ ਤੋਂ ਬਾਅਦ ਇਹ ਜੋਬਸ ਆਈਆਂ, ਉਸ ਤੋਂ ਬਾਅਦ ਅਸੀਂ ਆਪਣੀ ਤਿਆਰੀ ਨੂੰ ਸਟਰੀਮਲਾਈਨ ਕੀਤਾ ਅਤੇ ਬੜੇ ਐਫਰਟਸ ਲਾ ਕੇ ਇਸ ਫੀਲਡ 'ਚ ਆ ਗਏ। ਬਸ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਧ ਇਮਾਨਦਾਰ ਆਨਸਰ ਹੁੰਦਾ ਹੈ। ਬਸ ਇਹਨੂੰ ਜਸਟੀਫਾਈ ਜਾਂ ਕਹਿਣ ਦਾ ਤਰੀਕਾ ਤੁਹਾਡਾ ਆਪਣਾ ਬੜਾ ਸਾਫ਼, ਸਰਲ ਅਤੇ ਸਪਸ਼ਟ ਹੋਣਾ ਚਾਹੀਦਾ ਹੈ। ਸਾਫ਼ ਵੀ ਹੋਵੇ, ਸਰਲ ਬਹੁਤ ਸੌਖਾ ਵੀ ਹੋਵੇ ਅਤੇ ਸਾਫ਼ ਅਤੇ ਸਪਸ਼ਟ। ਸਾਫ਼ ਦਾ ਮਤਲਬ ਇਹ ਹੈ ਕਿ ਤੁਹਾਡੀ ਬੋਲੀ ਥੜਕਣਾਉਣੀ ਨਹੀਂ ਚਾਹੀਦੀ, ਅਤੇ ਸਪਸ਼ਟ ਦਾ ਮਤਲਬ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਕਨਵੇ ਵੀ ਹੋਵੇ। ਸਾਫ਼, ਸਰਲ ਅਤੇ ਸਪਸ਼ਟ ਤਿੰਨੇ ਚੀਜ਼ਾਂ ਤੁਹਾਡੇ ਆਨਸਰ 'ਚ ਹੋਣੀਆਂ ਚਾਹੀਦੀਆਂ। ਮੀਨਜ਼ ਤੁਸੀਂ ਆਨਸਰ ਕਰਦੇ ਹੋਏ ਅਗਲੇ ਬੰਦੇ ਨੂੰ ਕਿਸੇ ਵੀ ਪ੍ਰਕਾਰ ਦਾ ਤੁਹਾਡੇ 'ਚੋਂ ਐਟੀਟਿਊਡ ਨਾ ਰਿਫਲੈਕਟ ਹੋਵੇ, ਪਲੱਸ ਐਟੀਟਿਊਡ ਮੀਨਜ਼ ਓਵਰ ਐਟੀਟਿਊਡ ਨਾ ਰਿਫਲੈਕਟ ਹੋਵੇ, ਅਤੇ ਤੁਸੀਂ ਦਬੇ ਹੋਏ ਵੀ ਮਹਿਸੂਸ ਨਹੀਂ ਹੋਣੇ ਚਾਹੀਦੇ। ਤੁਸੀਂ ਆਪਣੀ ਸਪਸ਼ਟ ਗੱਲ ਜਿਹੜੀ ਆ, ਬਾਕੀ ਤਾਂ ਜਦੋਂ ਤੁਸੀਂ ਆ ਕੇ ਬੈਠੋਗੇ ਅਸੀਂ ਬਹੁਤ ਕੁਛ ਤਰੀਕੇ ਨਾਲ ਤੁਹਾਨੂੰ ਡੈਕੋਰਮ ਕੀ ਆ ਇੰਟਰਵਿਊ 'ਚ ਜਾਣ ਦਾ, ਹਜੇ ਤਾਂ ਬਹੁਤ ਕੁਛ ਆ, ਅਗਲੇ ਲੈਕਚਰਸ ਆਉਣਗੇ ਜਿਹਦੇ 'ਚ ਇਸ ਓਰੀਐਂਟੇਸ਼ਨ ਲੈਕਚਰ 2 ਆ, ਇਹ ਓਰੀਐਂਟੇਸ਼ਨ ਲੈਕਚਰ 1 ਆ। ਓਰੀਐਂਟੇਸ਼ਨ ਲੈਕਚਰ 2 'ਚ ਦੱਸਾਂਗੇ ਕਿ ਕੀ ਡਰੈਸਿੰਗ ਸੈਂਸ ਹੋਣੀ ਚਾਹੀਦੀ ਹੈ, ਸਭ ਕੁਛ ਕਲੀਅਰ ਹੋਊਗਾ। ਖੈਰ ਆ ਜਾਓ ਅੱਗੇ। ਉਸ ਤੋਂ ਬਾਅਦ ਐਕਸਪੀਰੀਅੰਸ ਸਰਟੀਫਿਕੇਟ ਜੇ ਕੋਈ ਹੈ ਤੁਹਾਡੇ ਕੋਲ ਤਾਂ ਤੁਸੀਂ ਉਹ ਭਰ ਦਿਓ। ਪੰਜਾਬੀ ਪਾਸ ਦਾ ਸਰਟੀਫਿਕੇਟ ਜਿਹੜਾ ਹੈ ਉਹ ਤਾਂ ਇੱਕ ਕਹਿ ਲਓ ਫੋਰਮੈਲਿਟੀ ਆ, ਅਤੇ ਅੱਜ ਦੇ ਟਾਈਮ 'ਚ ਜ਼ਰੂਰੀ ਵੀ ਆ, ਇਹ ਵੀ ਹੋਣਾ ਚਾਹੀਦਾ। ਸਭ ਤੋਂ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਇੱਥੇ, ਹੌਬੀਜ਼।
ਹੁਣ ਦੇਖੋ ਓਬਵੀਅਸ ਜੀ ਗੱਲ ਆ ਕਿ ਤੁਸੀਂ ਜਾਂ ਤਾਂ ਗਵਰਨਮੈਂਟ ਨਾਲ ਰਿਲੇਟਡ ਜਾਂ ਪੋਲੀਟੀਕਲ ਜਾਂ ਇਨਵਾਇਰਮੈਂਟਲ ਫੋਰਨ ਪਾਲਿਸੀ ਕਿਸੇ ਵੀ ਚੀਜ਼ ਨੂੰ ਆਪਣੀ ਹੌਬੀ ਜਿਹੜੀ ਆ ਉਹ ਰੱਖ ਸਕਦੇ ਹੋ। ਹੁਣ ਇਹਦੇ 'ਚ ਕੀ ਆ, ਤੁਸੀਂ 2-3 ਗੱਲਾਂ ਇਸ ਚੀਜ਼ ਤੋਂ ਬਚਣਾ ਹੈ ਕਿ ਇਫ ਐਨੀ ਅਦਰ ਤਾਂ ਇਹਨੂੰ ਮੈਂਸ਼ਨ ਕਰ ਦਿਓ ਕਿ ਤੁਸੀਂ ਕੁਝ ਹੋਰ ਮੈਂਸ਼ਨ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਨੋਰਮਲੀ ਹੀ ਇਹਨਾਂ 'ਚੋਂ ਦੇਖੋ, ਜੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੀ ਪਰਸਨਲ ਤੇ ਅਕੈਡਮਿਕ ਇਨਫੋਰਮੇਸ਼ਨਸ ਤੋਂ ਨਾ ਜਾਵੇ, ਉਹ ਤੁਹਾਡੀ ਕਰੰਟ ਇਸ਼ੂਜ਼ ਤੇ ਪਕੜ ਸਮਝੇ, ਕਿਉਂਕਿ ਤੁਹਾਡਾ ਡੈਫ 3 ਹਿੱਸਿਆਂ 'ਚ ਵੰਡਿਆ ਹੁੰਦਾ ਹੈ, ਤੁਹਾਡੀ ਪਰਸਨਲ ਇਨਫੋਰਮੇਸ਼ਨ, ਤੁਹਾਡੀ ਅਕੈਡਮਿਕ ਇਨਫੋਰਮੇਸ਼ਨ ਤੇ ਤੁਹਾਡੀ ਕਰੰਟ ਇਸ਼ੂਜ਼ ਤੇ ਪਕੜ। 3 ਚੀਜ਼ਾਂ ਮਿਲ ਕੇ ਡਿਟੇਲਡ ਐਪਲੀਕੇਸ਼ਨ ਫਾਰਮ ਬਣਾਉਂਦੀਆਂ, ਭਾਵ ਡੈਫ ਬਣਾਉਂਦੀਆਂ, ਠੀਕ ਹੈ। ਹੁਣ ਦੇਖੋ ਤੁਸੀਂ ਇਹਦੇ 'ਚ ਕਿਸੇ ਵੀ ਇੱਕ ਤੇ ਕਲਿੱਕ ਕਰ ਸਕਦੇ ਹੋ, ਬਟ ਹਾਂ ਜੇ ਤੁਸੀਂ ਕਿਸੇ ਤੇ ਵੀ ਕਲਿੱਕ ਨਹੀਂ ਕਰੋਗੇ ਇਹਦਾ ਮਤਲਬ ਤੁਸੀਂ ਉਹਦੇ ਵਾਸਤੇ ਦਰਵਾਜ਼ੇ ਖੋਲ੍ਹਤੇ ਕਿ ਪੁੱਛ ਲਓ ਸਾਡੇ ਕੋਲ ਜਿਹੜੀ ਮਰਜ਼ੀ ਫੀਲਡ 'ਚ। ਹਾਂ ਜੇ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਤਾਂ ਜ਼ਿਆਦਾਤਰ ਇਨਵਾਇਰਮੈਂਟਲ ਇਸ਼ੂਜ਼ ਦੇ ਵਿੱਚ ਤੁਸੀਂ ਬਹੁਤ ਵੱਡੇ ਕਲੀਅਰ ਕਹਿ ਸਕਦੇ ਹੋ ਕਿ ਸਰ ਬਹੁਤ ਲਾਰਜ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਕੀ ਚੱਲ ਰਿਹਾ ਉਹ ਨਹੀਂ ਸਾਨੂੰ ਜ਼ਿਆਦਾ ਪਤਾ, ਬਟ ਨੈਸ਼ਨਲ ਲੈਵਲ 'ਤੇ ਅਸੀਂ ਛੋਟੇ ਮੋਟੇ ਲੈਵਲ 'ਤੇ ਅਸੀਂ ਸਮਝਦੇ ਹਾਂ ਕਿ ਪੋਲਿਊਸ਼ਨ ਕੰਟਰੋਲ ਕਿਉਂ ਕਰਨਾ ਚਾਹੀਦਾ ਹੈ ਅਤੇ ਕਿਸ ਤਰੀਕੇ ਨਾਲ। ਅਤੇ ਤੁਸੀਂ ਐਕਸਪਰਟ ਨਹੀਂ ਹੈਗੇ, ਇਸ ਕਰਕੇ ਤੁਹਾਨੂੰ ਟੈਕਨੀਕਲੀ ਬਹੁਤ ਜ਼ਿਆਦਾ ਉਲਝਾਇਆ ਨਹੀਂ ਜਾਊਗਾ। ਹਾਂ ਜੇ ਤੁਸੀਂ ਬੈਠੇ ਹੋਏ ਉਹਨਾਂ ਦੇ ਸਾਹਮਣੇ ਇਕਨੋਮਿਕ ਇਸ਼ੂਜ਼ ਜਿਹੜੇ ਆ ਜੇ ਇੱਥੇ ਲਿਖੇ ਆ ਤਾਂ ਕਰਦੇ, ਤਾਂ ਉਹ ਇਕਨੋਮਿਕਸ ਦੇ ਤਾਂ ਐਕਸਪਰਟ ਨੇ। ਫਾਈਨਾਂਸ ਤੇ ਅਕਾਊਂਟਸ ਨਾਲ ਸੰਬੰਧਿਤ ਲੋਕ ਜਿਹੜੇ ਆ ਉਹ ਇਕੋਨਮੀ ਨਾਲ ਸੰਬੰਧਿਤ ਨੇ, ਕਿਉਂਕਿ ਉਹ ਪੋਲਿਸੀ ਮੇਕਿੰਗ 'ਚੋਂ ਹੀ ਉੱਠ ਕੇ ਆਏ ਹੋਏ ਆ। ਉਹ ਤੁਹਾਡੇ ਕੋਲ ਪੰਜਾਬ ਦੀ ਫਿਜ਼ੀਕਲ ਹੈਲਥ 'ਤੇ ਕੁਝ ਵੀ ਉਲਝਾ ਸਕਦੇ ਆ ਤੁਹਾਨੂੰ, ਸੋ ਉਸ ਚੀਜ਼ ਤੋਂ ਬਚੋ, ਠੀਕ ਆ। ਸਾਇੰਸ ਐਂਡ ਟੈਕਨੋਲੋਜੀ ਕਹੋਗੇ ਤਾਂ ਉਹ ਤੁਹਾਡੇ ਕੋਲ ਚੰਦਰਯਾਨ 1, ਅਦਿੱਤਿਆ L1 ਜਿਹੜੇ ਨਵੇਂ ਰੀਸੈਂਟ ਅਪਡੇਟਸ ਨੇ ਜਿਹੜੇ ਕਿ ਮੈਂ ਕਰਾਊਂਗਾ ਹੀ, ਉਹਦੇ 'ਤੇ ਪੁੱਛਣਗੇ। ਇੰਟਰਨੈਸ਼ਨਲ ਇਸ਼ੂਜ਼ ਦੀ ਗੱਲ ਕਰੋਗੇ ਤਾਂ ਉਹ G20 ਤੇ ਜੋ ਰੀਸੈਂਟ ਚੱਲ ਰਿਹਾ ਹੈ, ਯੂਕਰੇਨ ਕ੍ਰਾਈਸਿਸ ਚੱਲ ਰਿਹਾ ਜਿਹੜਾ ਕਿ ਹੁਣ ਤੱਕ ਚੱਲਦਾ ਆ ਰਿਹਾ ਕਾਫੀ ਲੰਮੇ ਸਮੇਂ ਦਾ, ਉਹਦੇ 'ਤੇ ਪੁੱਛ ਸਕਦੇ ਆ। ਸੋ ਇਹ 2 ਇਸ਼ੂਜ਼ ਜਿਹੜੇ ਆ ਮੇਨ ਆ। ਉਸ ਤੋਂ ਬਾਅਦ ਜੇ ਪੋਲੀਟੀਕਲ ਇਸ਼ੂਜ਼ ਦੀ ਗੱਲ ਕਰਨਗੇ ਤਾਂ ਇੰਡੀਆ ਦਾ ਨਾਮ ਬਦਲ ਕੇ ਭਾਰਤ ਕੀਤਾ ਜਾ ਰਿਹਾ ਹੈ, ਅਤੇ ਜਦੋਂ ਤੱਕ ਤੁਹਾਡੀ ਇੰਟਰਵਿਊ ਹੋਣੀ ਆ, ਠੀਕ ਆ, ਉਦੋਂ ਤੱਕ ਪੂਰੀ ਐਕਸਪੈਕਟੇਸ਼ਨਸ ਨੇ ਕਿ ਸ਼ਾਇਦ ਕੋਈ ਬਹੁਤ ਤਗੜੀ ਪੋਲੀਟੀਕਲ ਡਿਵੈਲਪਮੈਂਟ ਭਾਰਤ 'ਚ ਹੋ ਜਾਵੇ, 1 ਨੇਸ਼ਨ 1 ਇਲੈਕਸ਼ਨਸ ਦਾ ਮੁੱਦਾ, ਠੀਕ ਆ। ਸੋ ਉਹ ਤੁਹਾਡੇ ਕੋਲ ਇਹਨਾਂ 'ਤੇ ਇਨਵਾਇਰਮੈਂਟਲ ਇਸ਼ੂਜ਼ ਨੂੰ ਲੈ ਕੇ ਤਾਂ ਪੰਜਾਬ 'ਚ ਸਟਬਲ ਬਰਨਿੰਗ ਆ, ਪੰਜਾਬ 'ਚ ਇਸ ਸਟਬਲ ਬਰਨਿੰਗ ਦੇ ਮਸਲੇ ਨੂੰ ਕਿਵੇਂ ਹੱਲ ਕਰਿਆ ਜਾ ਸਕਦਾ ਹੈ, ਸਟੇਟ ਨੈਸ਼ਨਲ ਲੈਵਲ 'ਤੇ ਆਪਾਂ ਨੂੰ ਕਿਹੜੀਆਂ ਪੋਲਿਸੀਜ਼ ਅਡੋਪਟ ਕਰਨੀਆਂ ਚਾਹੀਦੀਆਂ, ਕੁਛ ਇਸ ਤਰੀਕੇ ਦੇ ਇਸ਼ੂਜ਼ ਜਿਹੜੇ ਆ, ਠੀਕ ਆ। ਫੋਰਨ ਪੋਲਿਸੀ ਦੇ ਵਿੱਚ ਅਤੇ ਇੰਟਰਨੈਸ਼ਨਲ 1 ਐਂਡ ਦੀ ਸੇਮ ਥਿੰਗ, ਇਹ ਤਾਂ ਉਹੀ ਹੋ ਗਿਆ G20 ਕੀ ਆ, ਯੂਕਰੇਨ ਕ੍ਰਾਈਸਿਸ ਕੀ ਆ। ਤਾਂ ਤੁਹਾਡੇ ਕੋਲ ਇਹ ਕੁਛ ਮੁੱਦੇ ਨੇ ਜਿਹੜੇ ਕਿ ਤੁਹਾਨੂੰ ਮੋਟੇ ਤੌਰ 'ਤੇ ਪਤਾ ਹੋਣੇ ਚਾਹੀਦੇ ਆ। ਇਹਨਾਂ 'ਚੋਂ 8 ਤੋਂ 10 ਮੇਨ ਉਹ ਕਰੰਟ ਅਫੇਅਰਸ ਜਿਹੜੇ ਕਿ ਜਨਰਲ ਕਰੰਟ ਅਫੇਅਰਸ ਨੇ, ਅਖਬਾਰਾਂ ਦੇ ਪਹਿਲੇ ਪੇਜ 'ਤੇ ਹੁੰਦੇ ਆ, ਉਹਨਾਂ ਨੂੰ ਮੈਂ 5-5 ਕਰਕੇ ਹੈਡਿੰਗ ਵਾਈਜ਼ ਡਿਸਕਸ ਕਰ ਦੂੰਗਾ, ਤਾਂ ਜੋ ਤੁਹਾਨੂੰ ਬੜੀ ਆਸਾਨੀ ਨਾਲ ਉਹ ਸਾਰੇ ਕਰੰਟ ਅਫੇਅਰਸ ਜਿਹੜੇ ਆ ਉਹਨਾਂ ਦੀ ਨਾ ਜਨਰਲ ਜੀ ਕਹਾਣੀ ਪਤਾ ਹੋ ਜੇ, ਪੰਜਾਬ ਦੀ ਸਟੋਰੀ ਪਤਾ ਲੱਗ ਜੇ। ਇਸ ਤੋਂ ਬਾਅਦ ਬੇਸਿਕਲੀ ਵੈਸੇ ਤਾਂ ਉਹ ਪੰਜਾਬ ਦੀ ਹਿਸਟਰੀ ਬਾਰੇ ਕੋਈ ਬਹੁਤਾ ਪੁੱਛਣ ਦੀ ਕੋਸ਼ਿਸ਼ ਕਰਨਗੇ ਨਹੀਂ, ਪੰਜਾਬ ਦੀ ਹਿਸਟਰੀ। ਹਾਂ ਜਿਸ ਜ਼ਿਲ੍ਹੇ ਨਾਲ ਤੁਸੀਂ ਸੰਬੰਧਿਤ ਹੋ ਉਹਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੈਂ ਤੁਹਾਡੇ ਨਾਲ ਆਉਣ ਵਾਲਾ ਜਿਹੜਾ ਲੈਕਚਰ ਹੋਊਗਾ ਉਹਦੇ 'ਚ ਆਪਾਂ ਪੂਰੀ ਡਿਟੇਲ 'ਚ ਕਵਰ ਕਰਾਂਗੇ, ਠੀਕ ਆ, ਕਿ ਅਸੀਂ ਕੀ ਆ। ਸੋ ਸਭ ਤੋਂ ਇੰਪੋਰਟੈਂਟ ਗੱਲ ਅੱਜ ਦਾ ਮਕਸਦ ਸੀ ਕਿ ਆਪਣੇ ਡੈਫ ਨਾਲ ਸੰਬੰਧਿਤ, ਕਿਉਂਕਿ ਓਬਵੀਅਸ ਜੀ ਗੱਲ ਆ ਤੁਸੀਂ ਇਹ ਵਾਲਾ ਇਸ਼ੂ ਤਾਂ ਸਾਰਾ ਹੀ ਤੁਹਾਡੇ ਕਰੰਟ ਨਾਲ ਰਿਲੇਟਡ ਆ ਅਤੇ ਮੇਰੇ ਲੈਕਚਰਸ 'ਤੇ ਨਿਰਭਰ ਕਰੂਗਾ, ਅਤੇ ਮੇਰੇ ਅਗਲੇ 5-6 ਲੈਕਚਰਸ ਤੁਹਾਨੂੰ ਬਹੁਤ ਹੱਦ ਤੱਕ ਮਜ਼ਬੂਤ ਕਰ ਦੇਣਗੇ ਇਸ ਮਾਮਲੇ 'ਚ। ਪਰ ਜਿੱਥੋਂ ਤੱਕ ਗੱਲ ਤੁਹਾਡੀ ਅਕੈਡਮਿਕਸ ਦੀ ਆ, ਇਹਦੇ ਅੰਦਰਲੇ ਖਾਨੇ ਕਿਵੇਂ ਭਰਨੇ ਆ ਇਹ ਤੁਸੀਂ ਆਪ ਦੇਖਣਾ ਹੈ। ਤੁਹਾਡੇ ਪਰਸਨਲ ਜਿਹੜੇ ਉਹ ਨੇ ਇਹ ਇਸ ਚੀਜ਼ ਨੂੰ ਕਿਵੇਂ ਕਵਰ ਕਰਨਾ ਹੈ, ਤੁਹਾਡੇ ਨਾਮ ਦੀ ਰਿਸਰਚ ਕਿਵੇਂ ਹੋਣੀ ਆ, ਇਹ ਤੁਸੀਂ ਥੋੜ੍ਹਾ ਜਿਹਾ ਆਪ ਦੇਖੋਗੇ। ਬਹੁਤ ਹੱਦ ਤੱਕ ਤੁਹਾਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੋਣ ਵਾਲਾ ਹੈ, ਠੀਕ ਹੈ। ਸੋ ਬੇਸਿਕਲੀ ਜੇ ਕੋਈ ਮੈਨੂੰ ਕਵੇ ਕਿ ਸਰ ਅੱਜ ਦੇ ਆਪਾਂ ਲੈਕਚਰ 'ਚ ਆਪਣੇ ਤਕਰੀਬਨ ਲੈਕਚਰ ਹਾਫ ਐਂਡ ਆਰ ਦੇ ਲੈਕਚਰ ਹੋਣਗੇ ਸਾਰੇ, ਠੀਕ ਆ। ਕੁਛ ਕੁ ਲੈਕਚਰਸ ਅਗਲੇ ਜਿਹੜੇ ਆ ਸੈਕਿੰਡ ਓਰੀਐਂਟੇਸ਼ਨ ਲੰਬੀ ਜਾ ਸਕਦੀ ਹੈ, ਦੂਸਰੀ ਓਰੀਐਂਟੇਸ਼ਨ ਦੀ ਕਲਾਸ, ਇਹ ਕਲਾਸ ਜਿਹੜੀ ਆ ਇਹ ਓਪਨ ਹੋਊਗੀ, ਤੁਸੀਂ ਬਿਨਾਂ ਕੋਰਸ 'ਚ ਇਨਰੋਲ ਹੋਏ ਇਸ ਕਲਾਸ ਨੂੰ ਓਬਵੀਅਸ ਜੀ ਗੱਲ ਆ ਦੇਖ ਹੀ ਰਹੇ ਹੋ। ਅਤੇ ਹਾਂ ਇੰਪੋਰਟੈਂਟ ਗੱਲ ਆ, ਅੱਜ ਆਪਾਂ ਇਸ ਚੀਜ਼ 'ਤੇ ਡਿਸਕਸ ਕੀਤਾ ਹੈ ਬਾਇਓ ਡਾਟਾ ਪ੍ਰੈਪਰੇਸ਼ਨ ਐਂਡ ਐਨਾਲਿਸਿਸ। ਇਸ ਤੋਂ ਬਾਅਦ ਆਪਾਂ ਜੋਬ ਪ੍ਰੋਫਾਈਲ ਅਤੇ ਰੋਲ, ਇਹਦੇ 'ਤੇ ਲੈਕਚਰ ਆਪਣਾ 3 ਹੋਊਗਾ, ਲੈਕਚਰ 2 ਨਹੀਂ। ਲੈਕਚਰ 2 ਦੇ ਵਿੱਚ ਆਪਾਂ ਬੇਸਿਕਲੀ ਆਪਾਂ ਮੇਨਲੀ ਆਹ 2-3 ਚੀਜ਼ਾਂ 'ਤੇ ਡਿਸਕਸ ਕਰਾਂਗੇ ਕਿ ਵਟ ਸ਼ੁੱਡ ਬੀ ਦਾ ਡਰੈਸ ਕੋਡ ਨੂੰ ਲੈ ਕੇ ਕੀ ਮਿਥਸ ਨੇ, ਤੁਹਾਡੀਆਂ ਸਵੋਟ ਸਟਰੈਂਥ ਵੀਕਨੈਸ ਓਪਰਚੁਨਿਟੀ ਅਤੇ ਐਨਾਲਿਸਿਸ ਕੀ ਆ, ਵਟ ਇਜ਼
ਇਮੋਸ਼ਨਲ ਇੰਟੈਲੀਜੈਂਸ ਕੀ ਹੁੰਦੀ ਆ, ਇਹਦੀਆਂ ਮੈਂ ਛੋਟੀਆਂ ਐਗਜ਼ਾਮਪਲਸ ਦਊਂਗਾ। ਸੋ ਇਹ ਵੀ ਦੂਸਰੇ ਨੰਬਰ ਦੀ ਕਲਾਸ ਹੋਊਗੀ, ਅਪਰੋਕਸੀਮੇਟਲੀ ਇੰਨੀ ਕੁ ਹੀ ਟਾਈਮ ਦੀ ਹੋਊਗੀ। ਉਸ ਤੋਂ ਬਾਅਦ ਤੀਸਰੀ ਕਲਾਸ ਆਪਣੀ ਜੌਬ ਪ੍ਰੋਫਾਈਲ ਦੀ ਹੋਊਗੀ ਸੇਮ। ਉਸ ਤੋਂ ਬਾਅਦ ਪੰਜਾਬ ਦੀ ਇਕੋਨਮੀ ਤੇ ਕਰੰਟ ਇਸ਼ੂਜ਼ ਨਾਲ ਰਿਲੇਟਡ 3 ਤੋਂ 4 ਕਲਾਸਾਂ ਹੋਣਗੀਆਂ। ਸੋ ਇਹ ਆਪਣੇ ਬੇਸਿਕਲੀ ਸਾਰੇ ਮਤਲਬ ਕਿ ਜੋ ਵੀ ਹੈਗੇ ਆ, ਠੀਕ ਆ, ਉਹ ਆਪਾਂ ਡਿਸਕਸ ਕਰਾਂਗੇ। ਖੈਰ ਤੁਸੀਂ ਸਾਡੇ ਨਾਲ ਜੁੜ ਕੇ ਕੋਈ ਵੀ ਜੇ ਇਸ ਕੋਰਸ 'ਚ ਇਨਰੋਲ ਵੀ ਹੋਣਾ ਚਾਹੁੰਦੇ ਹੋ ਤੇ ਕੋਈ ਜਾਣਕਾਰੀ ਵੀ ਲੈਣਾ ਚਾਹੁੰਦੇ ਹੋ ਕਿ ਅਸੀਂ ਸੈਟਰਡੇ ਸੰਡੇ ਆਪਣੀਆਂ ਇੱਥੇ ਮੌਕ ਇੰਟਰਵਿਊਜ਼ ਵਾਸਤੇ ਅਸੀਂ ਟਾਈਮ ਦੇਵਾਂਗੇ, ਤੁਸੀਂ ਇੱਥੇ ਆਪਣੇ ਹਿਸਾਬ ਨਾਲ ਸੈਟਰਡੇ ਜਾਂ ਸੰਡੇ ਟਾਈਮ ਬੁੱਕ ਕਰਵਾ ਸਕਦੇ ਹੋ ਕੋਰਸ 'ਚ ਇਨਰੋਲ ਹੋਣ ਤੋਂ ਬਾਅਦ, ਠੀਕ ਆ। ਤੁਸੀਂ ਇਸ ਨੰਬਰ 'ਤੇ ਸੰਪਰਕ ਕਰਨਾ ਹੈ 77078 00072। ਸੋ ਇਹ ਤੁਹਾਡੇ ਕੋਲ ਕੰਟੈਕਟ ਨੰਬਰ ਹੋਣਗੇ ਜਿਨ੍ਹਾਂ 'ਤੇ ਤੁਸੀਂ ਕੰਟੈਕਟ ਕਰੋਗੇ, ਠੀਕ ਹੈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ, ਅੱਜ ਦਾ ਇਹ ਲੈਕਚਰ ਕਾਫੀ ਠੀਕ ਲੱਗਾ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਧੰਨਵਾਦ।